Hello students, I'm your teacher Dr. Satwinder Kaur, and in today's lecture I'm going to teach you about the theory of cost, that is the cost curves. So firstly we will begin with what is the meaning of cost. Cost ਨੂੰ ਪੰਜਾਬੀ ਵਿੱਚ ਬੋਲਦੇ ਆ ਲਾਗਤ। ਕਿਸੇ ਵੀ ਬਿਜ਼ਨਸ ਜਾਂ ਫਰਮ ਦੇ ਵਿੱਚ ਆਉਣ ਵਾਲੀ ਜਿਹੜੀ ਵੀ ਲਾਗਤ ਹੁੰਦੀ ਹੈ, ਜੋ ਵੀ ਉਹ ਟੋਟਲ ਐਕਸਪੈਂਡੀਚਰ ਹੁੰਦੇ ਨੇ, ਉਸਨੂੰ ਨਾਰਮਲ ਵਰਡਸ ਦੇ ਵਿੱਚ ਆਪਾਂ ਕਾਸਟ ਦਾ ਨਾਮ ਲੈਂਦੇ ਹਾਂ ਕਿ ਜਿੰਨਾ ਵੀ ਟੋਟਲ ਐਕਸਪੈਂਡੀਚਰ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਫੈਕਟਰਸ ਆਫ ਪ੍ਰੋਡਕਸ਼ਨ ਦੇ ਉੱਤੇ ਹੋਇਆ ਜਾਂ ਟੋਟਲ ਜਿੰਨਾ ਵੀ ਐਕਸਪੈਂਡੀਚਰ ਹੋਇਆ ਜਦ ਤੱਕ ਪ੍ਰੋਡਕਟ ਮਾਰਕੀਟ ਦੇ ਵਿੱਚ ਨਹੀਂ ਆਇਆ, ਕੰਜ਼ਿਊਮਰ ਕੋਲ ਨਹੀਂ ਆਇਆ, ਉਸਨੂੰ ਆਪਾਂ ਟੋਟਲ ਕਾਸਟ ਦਾ ਨਾਮ ਦੇ ਦਿੰਦੇ ਹਾਂ। ਇਹ ਅੱਗੇ ਬਹੁਤ ਟਾਈਪ ਦੀ ਕਾਸਟ ਹੈ, ਜਿਵੇਂ ਕਿ ਟੋਟਲ ਕਾਸਟ, ਐਵਰੇਜ ਕਾਸਟ, ਮਾਰਜਨਲ ਕਾਸਟ, ਮਨੀ ਕਾਸਟ, ਇੰਪਿਊਟਿਡ ਕਾਸਟ। ਸੋ ਕਾਫੀ ਟਾਈਪਸ ਦੀ ਕਾਸਟ ਹੈ ਜਿਨ੍ਹਾਂ ਦੇ ਵਿੱਚੋਂ ਦੀ ਆਪਾਂ ਕੁਝ ਕੁ ਮੇਨ ਕਾਸਟ ਕਰਵਸ ਕਾਸਟ ਜਿਹੜੀ ਆ ਉਹ ਅਸੀਂ ਸਮਝਣ ਦੀ ਅੱਜ ਦੇ ਲੈਕਚਰ 'ਚ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਕਾਸਟ ਹੈ ਮਨੀ ਕਾਸਟ। ਮਨੀ ਕਾਸਟ ਨਾਮ ਤੋਂ ਹੀ ਪਤਾ ਚੱਲਦਾ ਹੈ ਮੁਦਰਾ ਲਾਗਤ, ਮਤਲਬ ਕਿ ਉਹ ਕਾਸਟ ਜਿਹੜੀ ਕਿ ਪੈਸੇ ਦੀ ਫਾਰਮ ਦੇ ਵਿੱਚ ਇੱਕ ਪ੍ਰੋਡਿਊਸਰ ਨੂੰ ਬੀਅਰ ਕਰਨੀ ਪੈਂਦੀ ਹੈ, ਜਿਵੇਂ ਕਿ the amount spent in terms of money for the production of a commodity is called the money cost. So that means ਕਿ ਜਿਹੜੇ ਵੀ ਤੁਸੀਂ in terms of money payment ਕਰ ਰਹੇ ਹੋ, ਜਿਵੇਂ ਤੁਸੀਂ ਰੈਂਟ ਪੇ ਕਰ ਰਹੇ ਹੋ ਕੈਸ਼ ਦੇ ਵਿੱਚ, ਤੁਸੀਂ ਮਨੀ ਟਰਮਸ ਦੇ ਵਿੱਚ ਵੇਜਿਸ ਪੇ ਕਰ ਰਹੇ ਹੋ, ਤੁਸੀਂ ਇੰਟਰਸਟ ਪੇ ਕਰ ਰਹੇ ਹੋ, ਉਹ ਸਾਰਾ ਕੁਝ ਜਾਂ ਜਿੰਨੇ ਵੀ ਇਨਪੁਟਸ ਤੁਸੀਂ ਲਗਾਏ ਪ੍ਰੋਡਕਸ਼ਨ ਪ੍ਰੋਸੈਸ ਵਿੱਚ, ਮਸ਼ੀਨਾਂ ਲਗਾਈਆਂ, ਫਿਊਲ ਦੇ ਲਈ ਪੈਟਰੋਲ ਲਗਾਇਆ ਜਾਂ ਫਿਊਲ ਜਿੰਨੇ ਵੀ ਤਰ੍ਹਾਂ ਦਾ ਜੋ ਵੀ ਚੀਜ਼ ਯੂਜ਼ ਹੋ ਰਹੀ ਹੈ ਰਾ ਮਟੀਰੀਅਲ ਦੇ ਤੌਰ ਤੇ, ਉਹਦੇ ਤੇ ਜੋ ਖਰਚਾ ਆ ਰਿਹਾ ਉਸ ਨੂੰ ਆਪਾਂ ਮਨੀ ਕਾਸਟ ਦਾ ਨਾਮ ਦੇਵਾਂਗੇ। ਦੂਸਰਾ ਹੈ ਰੀਅਲ ਕਾਸਟ। ਰੀਅਲ ਕਾਸਟ ਬੜਾ ਇੰਪੋਰਟੈਂਟ ਕਨਸੈਪਟ ਹੈ, ਅਸਲ ਲਾਗਤ। ਰੀਅਲ ਕਾਸਟ ਦਾ ਮਤਲਬ ਹੁੰਦਾ ਹੈ ਕਿ ਸਿਰਫ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਇੱਕ ਮਨੀ ਕਾਸਟ ਹੀ ਬੀਅਰ ਨਹੀਂ ਕਰਨੀ ਪੈਂਦੀ, ਇੱਕ ਪ੍ਰੋਡਿਊਸਰ ਨੂੰ ਹੋਰ ਵੀ ਬੜੀ ਤਰ੍ਹਾਂ ਦੀ ਕਾਸਟ ਬੀਅਰ ਕਰਨੀ ਪੈਂਦੀ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦਾ ਸੈਕਰੀਫਾਈਸ ਆ ਜਾਂਦਾ। ਸੈਕਰੀਫਾਈਸ ਦਾ ਮਤਲਬ ਅਸੀਂ ਉਹ ਟਾਈਮ ਤੋਂ ਵੀ ਲੈ ਰਹੇ ਹਾਂ, ਜਿਹੜੇ ਟਾਈਮ 'ਤੇ ਉਹ ਰਾਤਾਂ ਨੂੰ ਜਾਗ ਰਿਹਾ ਹੈ, ਜਾਂ ਕਈ ਵਾਰ ਸ਼ਿਫਟ ਬਹੁਤ ਵੱਡੀ ਹੈ, ਉਹ ਸੈਕਰੀਫਾਈਸ ਆ ਜਾਂਦਾ ਹੈ, ਜਿਹਦੇ ਵਿੱਚ ਉਸਨੂੰ ਆਪਣੀ ਫੈਮਿਲੀ ਦੇ ਫੰਕਸ਼ਨਸ ਜਾਂ ਇੰਪੋਰਟੈਂਟ ਈਵੈਂਟਸ ਜਿਹੜੇ ਨੇ ਉਹ ਸਾਈਡ 'ਤੇ ਰੱਖਣੇ ਪੈਂਦੇ ਨੇ। ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦਾ, ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦਾ, ਇਸ ਦੇ ਵਿੱਚ ਸਾਰੇ ਤਰ੍ਹਾਂ ਦੇ ਡਿਸਕੰਫਰਟਸ ਆ ਜਾਂਦੇ ਨੇ। ਦੈਟ ਮੀਨਸ ਕਿ ਜਿਵੇਂ ਕਿ ਆਪਾਂ ਐਗਜ਼ਾਮਪਲ ਵੈਸੇ ਪ੍ਰੋਡਿਊਸਰ ਦੇ ਨਾਲ ਰਿਲੇਟਡ ਨਹੀਂ ਹੈ, ਬਟ ਮੈਂ ਦੇਣਾ ਚਾਹਾਂਗੀ। ਜਿਵੇਂ ਇੱਕ ਲੇਬਰ ਹੈ, ਲੇਬਰ ਜਿਹੜਾ ਹੈ ਮੰਨ ਲਓ ਯੂਪੀ ਤੋਂ ਆਇਆ ਪੰਜਾਬ ਦੇ ਵਿੱਚ, ਸਭ ਤੋਂ ਪਹਿਲੀ ਉਸਦੇ ਵਿੱਚ ਜਿਹੜਾ ਸੈਕਰੀਫਾਈਸ ਹੈ ਉਹ ਆਪਣਾ ਫੈਮਿਲੀ ਨੂੰ ਛੱਡ ਕੇ ਆਇਆ। ਦੂਸਰਾ, ਉਸਨੂੰ ਉਹ ਲੈਂਗੁਏਜ ਨਹੀਂ ਆਉਂਦੀ, ਉਹ ਕਲਚਰ ਦੇ ਵਿੱਚ ਨਹੀਂ ਬਿਲਕੁਲ ਫਿੱਟ ਹੁੰਦਾ ਜਿਹੜੇ ਕਲਚਰ ਦੇ ਵਿੱਚ ਉਹ ਆਇਆ। ਉੱਥੇ ਹੋ ਸਕਦਾ ਲੋਕ ਉਸਦੇ ਨਾਲ ਕਈ ਤਰੀਕੇ ਦੀ ਪੱਖਪਾਤ ਵੀ ਕਰਨ। ਸੋ ਇਹੋ ਜਿਹਾ ਕੁਝ ਵੀ ਜੋ ਸੈਕਰੀਫਾਈਸ ਇੱਕ ਪ੍ਰੋਡਿਊਸਰ ਕਰ ਰਿਹਾ ਪ੍ਰੋਡਕਸ਼ਨ ਪ੍ਰੋਸੈਸ ਦੇ ਦੌਰਾਨ, ਉਸ ਨੂੰ ਆਪਾਂ ਰੀਅਲ ਕਾਸਟ ਬੋਲਦੇ ਹਾਂ। ਇਸ ਕਾਸਟ ਨੂੰ ਮੈਜ਼ਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਹ ਮੈਂਟਲ ਤੇ ਫਿਜ਼ੀਕਲ ਐਫਰਟਸ ਨੇ, ਇਹ ਸੈਕਰੀਫਾਈਸਿਸ ਨੇ ਜਿਨ੍ਹਾਂ ਨੂੰ ਅਸੀਂ ਇਨ ਕੁਆਂਟੀਟੇਟਿਵ ਟਰਮਸ ਮੈਜ਼ਰ ਨਹੀਂ ਕਰ ਸਕਦੇ। ਨੈਕਸਟ ਹੁੰਦੀ ਹੈ ਅਕਾਊਂਟਿੰਗ ਕਾਸਟ। ਅਕਾਊਂਟਿੰਗ ਕਾਸਟ ਜਿਹੜੀ ਕਿ ਕਾਸਟ ਸਪੈਸੀਫਿਕਲੀ ਡਿਜ਼ਾਈਨ ਕੀਤੀ ਜਾਂਦੀ ਹੈ ਆਪਣੇ ਅਕਾਊਂਟਸ ਨੂੰ ਮੇਨਟੇਨ ਕਰਨ ਲਈ। ਬੁੱਕ ਕੀਪਿੰਗ ਐਂਟਰੀਜ਼ ਜਿਹੜੀਆਂ ਕਿ ਜਿਵੇਂ ਕਿ ਕਿਸੇ ਫਾਰਮ ਦੇ ਵਿੱਚ ਇਨਕਮ ਟੈਕਸ ਦੀ ਰੇਡ ਪੈ ਜੇ ਜਾਂ ਚੈਕਿੰਗ ਹੋ ਜਾਏ, ਤਾਂ ਉਸ ਟਾਈਮ ਦੇ ਉੱਤੇ ਜੋ ਉਹ ਸ਼ੋ ਕਰੇਗਾ, ਜਾਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਭਰਨ ਵੇਲੇ ਉਹ ਜੋ ਵੀ ਆਪਣੇ ਐਕਸਪੈਂਡੀਚਰਸ ਐਕਸਪੈਂਸਿਸ ਜਿਹੜੇ ਨੇ ਸ਼ੋ ਕਰੇਗਾ, ਉਸਨੂੰ ਆਪਾਂ ਅਕਾਊਂਟਿੰਗ ਕਾਸਟ ਬੋਲਦੇ ਹਾਂ, ਜਿਹਨੂੰ ਆਪਾਂ ਪੁਰਾਣੇ ਟਾਈਮ 'ਚ ਕਹਿੰਦੇ ਸੀ ਬਈ ਖਾਤੇ ਮੇਨਟੇਨ ਕਰਨਾ। ਸੋ ਇਹ ਇੱਕ ਅਕਾਊਂਟਿੰਗ ਕਾਸਟ ਜਾਂ ਬਿਜ਼ਨਸ ਕਾਸਟ ਦੇ ਨਾਮ ਨਾਲ ਜਾਣੀ ਜਾਂਦੀ ਹੈ। ਨੈਕਸਟ ਹੈ ਓਪਰਚੁਨਿਟੀ ਕਾਸਟ, ਅਵਸਰ ਲਾਗਤ। ਇਹ ਅਵਸਰ ਲਾਗਤ ਦਾ ਅਸੀਂ ਜਦੋਂ ਆਪਾਂ ਸਕੈਰਸਿਟੀ ਡੈਫੀਨੇਸ਼ਨ ਕਰਦੇ ਹਾਂ ਤਦ ਵੀ ਅਸੀਂ ਇਸਨੂੰ ਪੜ੍ਹਦੇ ਹਾਂ ਕਿ ਓਪਰਚੁਨਿਟੀ ਕਾਸਟ ਹੁੰਦੀ ਹੈ ਨੈਕਸਟ ਬੈਸਟ ਅਲਟਰਨੇਟਿਵ ਨੂੰ ਸੈਕਰੀਫਾਈਸ ਕਰਨ ਵਾਲੀ ਕਾਸਟ। ਜਿਵੇਂ ਇਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਕਰਦੇ ਹਾਂ। ਮੰਨ ਲਓ ਇੱਕ ਫਾਰਮਰ ਹੈ, ਉਹ ਇੱਕ ਆਪਣੀ ਜ਼ਮੀਨ ਦੇ ਉੱਤੇ 3 ਫਸਲਾਂ ਉਗਾ ਸਕਦਾ ਹੈ। ਮੰਨ ਲਓ ਕਿ 1 ਏਕੜ ਜ਼ਮੀਨ ਦੇ ਉੱਤੇ ਅਗਰ ਉਹ ਵੀਟ ਗਰੋ ਕਰਦਾ, ਕਣਕ ਲਗਾਉਂਦਾ, ਤਾਂ ਉਸਨੂੰ 12 ਕੁਇੰਟਲ ਦਾ ਝਾੜ ਆਉਂਦਾ, ਪ੍ਰੋਡਕਟੀਵਿਟੀ ਆਉਂਦੀ ਹੈ। ਜੇਕਰ ਉਹ ਉਸੇ ਜ਼ਮੀਨ ਦੇ ਉੱਤੇ ਸਰੋਂ ਉਗਾਉਂਦਾ, ਮਸਟਰਡ ਉਗਾਉਂਦਾ, ਤਾਂ ਉਸਨੂੰ 8 ਕੁਇੰਟਲ ਦੀ ਪ੍ਰੋਡਕਸ਼ਨ ਆਉਂਦੀ ਹੈ। ਜੇ ਉਹ ਉਸੇ ਜ਼ਮੀਨ ਦੇ ਉੱਤੇ ਛੋਲੇ ਉਗਾਉਂਦਾ ਗ੍ਰਾਮ, ਤਾਂ ਉਸਨੂੰ 6 ਕੁਇੰਟਲ ਦੀ
ਪ੍ਰੋਡਕਸ਼ਨ ਆਉਂਦੀ ਹੈ। ਸੋ ਦੈਟ ਮੀਨਸ ਕਿ 3 ਤਰ੍ਹਾਂ ਦੀ ਪ੍ਰੋਡਕਸ਼ਨ ਦੱਸਦੀ, 6, 8 ਤੇ 12। ਸੋ ਓਬਵੀਅਸਲੀ ਜੇਕਰ ਉਹ ਸਭ ਤੋਂ ਪਹਿਲਾਂ ਜਿੱਥੇ ਉਹਨੂੰ ਰਿਟਰਨ ਜ਼ਿਆਦਾ ਮਿਲ ਰਿਹਾ ਉਹ ਚੂਜ਼ ਕਰਨਾ ਚਾਹੇਗਾ, ਦੈਟ ਮੀਨਸ ਕਿ ਉਹ ਵੀਟ ਗਰੋ ਕਰੇਗਾ। ਜੇ ਉਹ ਵੀਟ ਗਰੋ ਨਾ ਕਰੇ, ਨੈਕਸਟ ਬੈਸਟ ਅਲਟਰਨੇਟਿਵ ਕਿਹੜਾ ਹੋ ਗਿਆ ਜਿਹੜਾ ਉਹਨੇ ਛੱਡਿਆ? ਯੈਸ, ਦੈਟ ਇਜ਼ ਮਸਟਰਡ, ਸਰੋਂ। ਸੋ ਮਤਲਬ ਕਿ 12 ਦੀ ਜਗ੍ਹਾ ਤੇ ਉਹ 6 ਵਾਲਾ ਤਾਂ ਕਦੀ ਵੀ ਨਹੀਂ ਜਾਏਗਾ, ਗ੍ਰਾਮ ਨੂੰ ਨਹੀਂ ਪ੍ਰੋਡਿਊਸ ਕਰਨਾ ਪਸੰਦ ਕਰੇਗਾ, ਉਹ ਮਸਟਰਡ ਨੂੰ ਪ੍ਰੋਡਿਊਸ ਕਰਨਾ ਪਸੰਦ ਕਰੇਗਾ। ਸੋ ਉਹ ਜਿਹੜੀ 8 ਕੁਇੰਟਲ ਸੈਕਰੀਫਾਈਸ ਕੀਤੇ ਉਸ ਨੂੰ ਆਪਾਂ ਬੋਲਦੇ ਹਾਂ ਓਪਰਚੁਨਿਟੀ ਕਾਸਟ। ਨੈਕਸਟ ਹੈ ਇਕਨੋਮਿਕ ਕਾਸਟ। ਇਕਨੋਮਿਕ ਕਾਸਟ ਦੇ ਵਿੱਚ ਅਕਾਊਂਟਿੰਗ ਕਾਸਟ, ਓਪਰਚੁਨਿਟੀ ਕਾਸਟ, ਇਹ ਸਾਰੀਆਂ ਕਾਸਟ ਸ਼ਾਮਿਲ ਹੁੰਦੀਆਂ ਨੇ। ਬੇਸਿਕਲੀ ਇਕਨੋਮਿਕ ਕਾਸਟ ਵਿੱਚ ਦੋ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ, ਪਹਿਲੀ ਐਕਸਪਲਿਸਿਟ ਕਾਸਟ, ਦੂਸਰੀ ਇੰਪਲਿਸਿਟ ਕਾਸਟ। ਐਕਸਪਲਿਸਿਟ ਕਾਸਟ ਦਾ ਮਤਲਬ ਤਾਂ ਸਿੰਪਲ ਹੋ ਗਿਆ ਮੋਨੇਟਰੀ ਆਊਟਲੇਜ਼, ਵੀ ਦੈਟ ਮੀਨਸ ਜੋ ਵੀ ਉਹਨੇ ਮਨੀ ਫਾਰਮ ਦੇ ਵਿੱਚ ਖਰਚਾ ਕੀਤਾ ਫੈਕਟਰਸ ਆਫ ਪ੍ਰੋਡਕਸ਼ਨ ਤੇ, ਦੈਟ ਇਜ਼ ਰੈਂਟ ਪੇ ਕੀਤਾ, ਵੇਜਿਸ ਪੇ ਕੀਤੇ, ਰਾ ਮਟੀਰੀਅਲਸ ਦੇ ਉੱਤੇ ਜੋ ਵੀ ਉਸਨੇ ਪੈਸੇ ਖਰਚ ਕੀਤੇ, ਬਿਜਲੀ ਦਾ ਬਿੱਲ ਭਰਿਆ, ਉਹ ਸਾਰਾ ਕੁਝ ਐਕਸਪਲਿਸਿਟ ਕਾਸਟ ਆ ਜਾਂਦਾ ਹੈ। ਇੰਪਲਿਸਿਟ ਕਾਸਟ ਹੁੰਦਾ ਹੈ ਇੰਪਿਊਟਿਡ ਵੈਲਿਊਜ਼। ਇੰਪਿਊਟਿਡ ਵੈਲਿਊਜ਼ ਦਾ ਮਤਲਬ ਹੁੰਦਾ ਹੈ ਜਿਵੇਂ ਇੱਕ ਪ੍ਰੋਡਿਊਸਰ ਹੈ, ਮੰਨ ਲਓ ਫਾਰਮਰ ਹੈ, ਉਹ ਫਾਰਮਰ ਆਪਣੀ ਜ਼ਮੀਨ ਦੇ ਉੱਤੇ ਆਪ ਖੇਤੀ ਕਰ ਰਿਹਾ ਹੈ। ਜਦੋਂ ਅਸੀਂ ਇਕਨੋਮਿਕ ਕਾਸਟ ਕੈਲਕੂਲੇਟ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਬਾਹਰ ਪੇ ਕੀਤੇ ਪੈਸੇ ਨੂੰ ਐਡ ਨਹੀਂ ਕਰਦੇ, ਅਸੀਂ ਫਾਰਮਰ ਦੀ ਆਪ ਦੀ ਵੈਲਿਊ ਨੂੰ ਵੀ ਐਡ ਕਰਦੇ ਹਾਂ। ਦੈਟ ਮੀਨਸ ਕਿ ਜੇ ਉਹ ਫਾਰਮਰ ਆਪ ਖੇਤੀ ਨਾ ਕਰਦਾ, ਕਿਸੇ ਲੇਬਰਰ ਨੂੰ ਹਾਇਰ ਕਰਦਾ, ਤਾਂ ਉਸਨੂੰ ਕਿੰਨੇ ਰੁਪਏ ਵੇਜਿਸ ਦੇ ਤੌਰ ਤੇ ਦੇਣੇ ਪੈਂਦੇ। ਇਸੇ ਤਰੀਕੇ ਨਾਲ ਲੈਂਡ ਦੀ ਵੀ ਇੰਪਿਊਟਿਡ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਹੈ ਕਿ ਮੰਨ ਲਓ ਜਿਹੜੇ ਪ੍ਰੋਡਿਊਸਰ ਦੀ ਆਪ ਦੀ ਜ਼ਮੀਨ ਹੈ, ਉਸਦੀ ਉਹ ਆਪ ਦੀ ਜ਼ਮੀਨ ਨਾ ਹੁੰਦੀ, ਜੇ ਉਸਨੂੰ ਉਹ ਰੈਂਟ ਤੇ ਲੈਣੀ ਪੈਂਦੀ ਤਾਂ ਉਸਨੂੰ ਕਿੰਨੇ ਰੁਪਏ ਰੈਂਟ ਪੇ ਕਰਨਾ ਪੈਂਦਾ। ਸੋ ਇਕਨੋਮਿਕ ਕਾਸਟ ਦੇ ਵਿੱਚ ਐਕਸਪਲਿਸਿਟ ਕਾਸਟ ਤੇ ਇੰਪਲਿਸਿਟ ਕਾਸਟ, ਜਿਹਨੂੰ ਇੰਪਿਊਟਿਡ ਵੈਲਿਊ ਬੋਲਦੇ ਨੇ, ਅਨੁਮਾਨਿਤ ਲਾਗਤ। ਇੰਪਿਊਟਿਡ ਵੈਲਿਊ ਮੀਨਸ ਅਨੁਮਾਨਿਤ ਲਾਗਤ। ਸੋ ਉਸਨੂੰ ਆਪਾਂ ਐਡ ਕਰਦੇ ਹਾਂ। ਨੈਕਸਟ ਹੈ ਸੋਸ਼ਲ ਕਾਸਟ। ਇਹ ਵੀ ਇੱਕ ਕੁਆਂਟੀਟੇਟਿਵ ਕਾਸਟ ਨਹੀਂ ਹੈ, ਇਹ ਕੁਆਲੀਟੇਟਿਵ ਕਾਸਟ ਹੈ, ਮਤਲਬ ਕਿ ਇਸਨੂੰ ਮੈਜ਼ਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸੋਸ਼ਲ ਕਾਸਟ ਦਾ ਮਤਲਬ ਹੁੰਦਾ ਹੈ ਜਦੋਂ ਵੀ ਕੋਈ ਪ੍ਰੋਡਕਸ਼ਨ ਚੱਲ ਰਹੀ ਹੁੰਦੀ ਹੈ ਉਸਦੇ ਕੁਝ ਕੁ ਇਨਵਾਇਰਮੈਂਟ ਦੇ ਉੱਤੇ ਜਾਂ ਸੋਸ਼ਲ ਆਸਪੈਕਟਸ ਵੀ ਹੁੰਦੇ ਆ। ਹੋ ਸਕਦਾ ਹੈ ਉਸਦੇ ਨਾਲ ਨੋਇਜ਼ ਪੋਲਿਊਸ਼ਨ ਹੋ ਰਿਹਾ ਹੋਵੇ, ਉਸਦੇ ਨਾਲ ਪੋਲਿਊਸ਼ਨ ਹੋ ਰਿਹਾ ਹੋਵੇ, ਉਸਦੇ ਨਾਲ ਵਾਟਰ ਕੁਆਲਿਟੀ ਜਿਹੜੀ ਹੈ ਉਹ ਡਿਟੀਰੀਓਰੇਟ ਹੋ ਰਹੀ ਹੋਵੇ। ਜਿਵੇਂ ਆਪਾਂ ਫਾਰਮਿੰਗ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਕਿ ਹਰੀ ਕ੍ਰਾਂਤੀ ਆਈ, ਫਾਇਦੇ ਬਹੁਤ ਦੇਗੀ, ਇਕਨੋਮਿਕ ਰਿਟਰਨ ਬਹੁਤ ਦੇਗੀ, ਪਰ ਐਟ ਪ੍ਰੈਜ਼ੈਂਟ ਅਸੀਂ ਬਹੁਤ ਸਟੱਡੀਜ਼ ਪੜ੍ਹਦੇ ਹਾਂ ਕਿ ਓਵਰ ਯੂਟੀਲਾਈਜੇਸ਼ਨ ਆਫ ਪੈਸਟੀਸਾਈਡਸ ਦੇ ਕਾਰਨ ਜਿਹੜਾ ਹੈ ਪੰਜਾਬ ਦੇ ਵਿੱਚ ਕੈਂਸਰ ਪੇਸ਼ੈਂਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਨੇ। ਜਿਵੇਂ ਕਿ ਵੀ ਇਹ ਇੱਕ ਸੋਸ਼ਲ ਕਾਸਟ ਹੈ, ਮਤਲਬ ਕਿ ਇੱਕ ਟ੍ਰੇਨ ਵੀ ਜਾਂਦੀ ਹੈ, ਆਪਾਂ ਨੂੰ ਪਤਾ ਹੈ ਕਿ ਹੈ ਨਾ, ਵੀ ਬਠਿੰਡੇ ਤੋਂ ਰਾਜਸਥਾਨ ਜਾਂਦੀ ਹੈ, ਉਸਨੂੰ ਆਪਾਂ ਕੈਂਸਰ ਟ੍ਰੇਨ ਦਾ ਨਾਮ ਦੇ ਦਿੱਤਾ। ਪੰਜਾਬ ਨੂੰ ਆਪਾਂ ਕੈਂਸਰ ਕੈਪੀਟਲ ਦਾ ਨਾਮ ਦੇ ਦਿੱਤਾ। ਉਹ ਰਾਜਸਥਾਨ ਵਾਲੀ ਟ੍ਰੇਨ ਨੂੰ ਕੈਂਸਰ ਟ੍ਰੇਨ ਇਸ ਲਈ ਕਿਹਾ ਗਿਆ ਕਿਉਂਕਿ ਬਠਿੰਡੇ ਤੋਂ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਨੇ ਉੱਥੇ ਰਾਜਸਥਾਨ ਦੇ ਵਿੱਚ ਇੱਕ ਕੈਂਸਰ ਹਸਪੀਟਲ ਹੈ ਜਿੱਥੇ ਫ੍ਰੀ ਇਲਾਜ ਕੀਤਾ ਜਾਂਦਾ ਹੈ, ਉੱਥੇ ਇਲਾਜ ਕਰਾਉਣ ਦੇ ਲਈ ਪੰਜਾਬ 'ਚੋਂ ਜਾਂਦੇ ਨੇ। ਸੋ ਇਹ ਹੈ ਇੱਕ ਤਰ੍ਹਾਂ ਦੀ ਸੋਸ਼ਲ ਕਾਸਟ ਦੀ ਐਗਜ਼ਾਮਪਲ। ਸੋ ਸੁਸਾਇਟੀ ਨੂੰ ਕਈ ਤਰ੍ਹਾਂ ਦੇ ਜਿਹੜੇ ਨੇ ਡੈਮੇਜ ਵੀ ਹੋ ਸਕਦੇ ਨੇ ਬਿਕੋਜ਼ ਆਫ during the production process, during the type of the production the producer are producing. ਸੋ ਇਹ ਸਾਰੀਆਂ ਨੇ ਜੀ ਕਾਸਟ ਕਰਵ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹੁੰਦੇ ਹਾਂ ਕਾਸਟ ਫੰਕਸ਼ਨਸ ਦੀਆਂ। ਇੱਕ ਹੋਰ ਮੈਂ ਗੱਲ ਦੱਸ ਦਿੰਦੀ ਹਾਂ ਤੁਹਾਨੂੰ, ਦੋ ਜਿਹੜੇ ਇੰਪੋਰਟੈਂਟ ਵੇਰੀਏਬਲਸ ਨੇ ਕਾਸਟ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ, ਵਨ ਇਜ਼ ਅ ਫਿਕਸਡ ਕਾਸਟ ਐਂਡ ਅਦਰ ਇਜ਼ ਅ ਵੇਰੀਏਬਲ ਕਾਸਟ। ਫਿਕਸਡ ਕਾਸਟ ਉਹ ਹੁੰਦੀ ਹੈ ਜਿਹੜੀ ਕਿ ਫਿਕਸਡ ਫੈਕਟਰ ਆਫ ਪ੍ਰੋਡਕਸ਼ਨ ਤੇ ਬੀਅਰ ਕਰਨੀ ਪੈਂਦੀ ਹੈ। ਵੇਰੀਏਬਲ ਕਾਸਟ ਉਹ ਹੁੰਦੀ ਹੈ ਜਿਹੜੀ ਵੇਰੀਏਬਲ ਫੈਕਟਰ ਦੇ ਉੱਤੇ ਆਉਂਦੀ ਹੈ। ਹੁਣ ਗੱਲ ਆਉਂਦੀ ਹੈ ਕਿ ਫਿਕਸਡ ਕਾਸਟ, ਫਿਕਸਡ ਫੈਕਟਰ ਕੀ ਹੁੰਦਾ। ਫਿਕਸਡ ਫੈਕਟਰ ਸਾਨੂੰ ਪਤਾ ਹੈ ਕਿ ਆਪਾਂ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਫਿਕਸਡ ਫੈਕਟਰ ਉਹ ਫੈਕਟਰ ਹੁੰਦਾ ਹੈ ਜਿਸ ਦੀ ਸ਼ਾਰਟ ਰਨ ਦੇ ਵਿੱਚ ਫਿਕਸਡ ਅਮਾਊਂਟ ਦੇ ਵਿੱਚ ਜਿਸ ਨੂੰ ਲਗਾਇਆ ਜਾਂਦਾ, ਜਿਹਨੂੰ ਆਪਾਂ ਸ਼ਾਰਟ ਰਨ 'ਚ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੋਵੇ ਜਾਂ ਡਿਕਰੀਜ਼ ਕਰਨੀ ਹੋਵੇ, ਆਪਾਂ ਇਸਨੂੰ ਵੱਧ ਜਾਂ ਘੱਟ ਨਹੀਂ ਕਰ ਸਕਦੇ, ਇੱਕ ਵਾਰੀ ਹੀ ਇੰਸਟਾਲ ਕਰਨਾ। ਮਤਲਬ ਕਿ ਜਿਵੇਂ ਕਿ ਇਹਦੇ ਵਿੱਚ ਆ ਜਾਂਦੀ ਹੈ ਲੈਂਡ, ਇਹਦੇ ਵਿੱਚ ਆ ਜਾਂਦੀਆਂ ਮਸ਼ੀਨਾਂ ਫਿਕਸਡ ਫੈਕਟਰ ਵਿੱਚ। ਜਿਵੇਂ ਕਿ ਮੈਂ ਇਹਨੂੰ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਦੀ ਹਾਂ ਕਿ ਈਵਨ ਇਨ ਦ ਸ਼ਾਰਟ ਰਨ, ਸ਼ਾਰਟ ਰਨ ਹੁੰਦਾ 1 ਸਾਲ ਤੋਂ ਘੱਟ ਦਾ ਸਮਾਂ, ਜੇ ਪ੍ਰੋਡਿਊਸਰ ਨੇ ਪ੍ਰੋਡਕਸ਼ਨ ਬੰਦ ਵੀ ਕਰਨੀ ਹੋਏ ਤਾਂ ਵੀ ਉਸਨੂੰ ਫਿਕਸਡ ਫੈਕਟਰ ਤੇ ਆਉਣ ਵਾਲੀ ਲਾਗਤ ਬੀਅਰ ਕਰਨੀ ਹੀ ਪਏਗੀ, ਸਹਿਣ ਕਰਨੀ ਪਏਗੀ। ਇਹਨੂੰ ਦੋ ਐਗਜ਼ਾਮਪਲਸ ਨਾਲ ਕਰਦੇ ਹਾਂ। ਪਹਿਲੀ ਐਗਜ਼ਾਮਪਲ ਮੈਂ ਤੁਹਾਨੂੰ ਪਿਛਲੇ ਕੁਝ ਸਾਲਾਂ ਦੀ ਦੇਣੀ ਆ
ਮੈਗੀ ਦੀ ਜਿਹੜੀ ਹੈ ਪ੍ਰੋਡਕਸ਼ਨ ਜਿਹੜੀ ਹੈ ਬਿਕੋਜ਼ ਆਫ ਡਿਊ ਟੂ ਸਮ ਰੀਜ਼ਨਸ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਸੀ ਜਦੋਂ ਮੈਗੀ ਬੈਨ ਹੋ ਗਈ ਸੀ। ਪਰ ਜੇ ਤੁਸੀਂ ਮੈਗੀ ਦੀਆਂ ਯੂਨਿਟਸ ਦੇਖੋ ਤਾਂ 1 ਸਾਲ ਤੱਕ ਉਹ ਮਸ਼ੀਨਾਂ ਖਾਲੀ ਹੀ ਚਲਦੀਆਂ ਰਹੀਆਂ, ਚਾਹੇ ਉਹਨਾਂ ਦੇ ਵਿੱਚ ਕੋਈ ਪ੍ਰੋਡਕਸ਼ਨ ਨਹੀਂ ਸੀ ਹੋ ਰਹੀ, ਉਹ ਫਿਰ ਵੀ ਯੂਜ਼ ਕੀਤੀਆਂ ਜਾ ਰਹੀਆਂ ਸੀ। ਕਾਰਨ ਕੀ ਸੀ ਕਿ ਜੇ ਉਹ ਨਹੀਂ ਯੂਜ਼ ਹੁੰਦੀਆਂ ਤਾਂ ਉਹ ਡੈਮੇਜ ਹੋ ਜਾਂਦੀਆਂ, ਉਹ ਖਰਾਬ ਹੋ ਜਾਂਦੀਆਂ, ਇਸ ਲਈ ਉਹਨਾਂ ਦੇ ਉੱਤੇ ਉਹਨਾਂ ਦੀ ਫਿਕਸਡ ਕਾਸਟ ਬੀਅਰ ਕਰਨੀ ਹੀ ਪਈ। ਦੂਸਰੀ ਐਗਜ਼ਾਮਪਲ ਆਪਾਂ ਲੈਂਦੇ ਹਾਂ, ਮੰਨ ਲਓ ਕੋਈ ਬਿਜ਼ਨਸਮੈਨ ਹੈ, ਉਸਨੇ ਇੱਕ ਸਟੋਰ ਰੈਂਟ ਤੇ ਲਿਆ ਹੋਇਆ ਵੀ ਮਤਲਬ ਉਹ ਆਪਣਾ ਸਾਰਾ ਸਮਾਨ ਉਹਦੇ ਸਟੋਰ ਦੇ ਵਿੱਚ ਰੱਖਦਾ ਹੈ। ਜੇ ਉਸਨੇ 1 ਮਹੀਨੇ ਲਈ ਆਸਟ੍ਰੇਲੀਆ ਘੁੰਮਣ ਜਾਣਾ ਹੋਏ ਪੂਰੀ ਫੈਮਿਲੀ ਦੇ ਨਾਲ, ਤੇ ਉਸਨੇ ਆਪਣਾ ਬਿਜ਼ਨਸ 1 ਮਹੀਨੇ ਲਈ ਬੰਦ ਕਰਨਾ ਹੋਏ, ਤਾਂ ਕੀ ਉਹ ਓਨਰ ਨੂੰ ਇਹ ਕਹੇਗਾ ਕਿ ਮੈਂ 1 ਮਹੀਨੇ ਦੇ ਲਈ ਇਹ ਸਟੋਰ ਖਾਲੀ ਕਰ ਰਿਹਾ ਤੇ ਤੁਸੀਂ ਮੈਨੂੰ 1 ਮਹੀਨੇ ਬਾਅਦ ਇਹ ਦੁਬਾਰਾ ਦੇ ਦਿਓ, ਜਾਂ ਉਹ ਇਹ ਕਹੇਗਾ ਕਿ ਮੈਂ ਤਾਂ 1 ਮਹੀਨਾ ਇੱਥੇ ਰਿਹਾ ਨਹੀਂ, ਇਸ ਲਈ ਮੈਂ ਇੱਥੇ ਇਹ ਜਿਹੜਾ ਸਟੋਰ ਨੂੰ ਯੂਜ਼ ਨਹੀਂ ਕਰ ਰਿਹਾ, ਇਸ ਲਈ ਮੈਂ ਇਸ ਦਾ ਰੈਂਟ ਨਹੀਂ ਦੇਵਾਂਗਾ। ਸੋ ਇਹ ਨਹੀਂ ਹੋ ਸਕਦਾ ਕਿਉਂਕਿ ਅਦਰਵਾਈਜ਼ ਉਹ ਜਗ੍ਹਾ ਕਿਸੇ ਹੋਰ ਨੂੰ ਮਿਲ ਜਾਏਗੀ। ਸੋ ਸੇਮ ਚੀਜ਼ ਹੈ, ਜੇਕਰ ਇੱਕ ਪ੍ਰੋਡਿਊਸਰ ਖੇਤੀ ਕਰ ਰਿਹਾ ਹੈ, ਉਸਨੇ ਇੱਕ ਜ਼ਮੀਨ ਕੰਟਰੈਕਟ ਤੇ ਲਈ ਹੋਈ ਹੈ, ਜੇ ਉਹਨੇ ਕਿਸੇ ਵੀ ਰੀਜ਼ਨ ਕਾਰਨ 1 ਮਹੀਨਾ 2 ਮਹੀਨੇ 3 ਮਹੀਨੇ ਉੱਥੇ ਪ੍ਰੋਡਕਸ਼ਨ ਨਹੀਂ ਕੀਤੀ, ਉਸਨੂੰ ਜਾਂ ਤਾਂ ਉਹ ਛੱਡਣੀ ਪਏਗੀ ਕੰਪਲੀਟਲੀ, ਜੇ ਉਹ ਨਹੀਂ ਛੱਡਣਾ ਪੈਂਦਾ ਓਬਵੀਅਸਲੀ ਉਸਨੂੰ ਪੈਸੇ ਦੇਣੇ ਪੈਣਗੇ, ਉਸਦਾ ਰੈਂਟ ਪੇ ਕਰਨਾ ਪਏਗਾ। ਸੋ ਫਿਕਸਡ ਫੈਕਟਰ ਹੁੰਦਾ ਹੈ ਜਿਹੜਾ ਇੱਕ ਵਾਰੀ ਫਿਕਸਡ ਇੰਸਟਾਲ ਹੋ ਜਾਏ ਸ਼ਾਰਟ ਰਨ 'ਚ, ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਡਿਕਰੀਜ਼ ਕਰਨੀ ਹੈ, ਇਹ ਫੈਕਟਰ ਨਹੀਂ ਚੇਂਜ ਹੋ ਸਕਦਾ। ਇਹਦੀ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਕਿ ਇੱਕ ਟੇਲਰ ਹੈ, ਇੱਕ ਟੇਲਰ ਤੋਂ 3-4 ਮਸ਼ੀਨਾਂ ਨੇ, ਇਮੀਡੀਏਟਲੀ ਉਹਦੇ ਕੋਲ ਇੱਕ ਆਰਡਰ ਆ ਗਿਆ ਕਿ ਤੁਸੀਂ 5000 ਸ਼ਰਟਸ ਜਿਹੜੀਆਂ ਨੇ ਉਹ ਤਿਆਰ ਕਰਕੇ ਸਾਨੂੰ 10 ਦਿਨਾਂ ਦੇ ਵਿੱਚ ਦੇਣੀਆਂ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਪ੍ਰੋਡਿਊਸਰ, ਉਹ ਟੇਲਰ ਜਿਹੜਾ ਸ਼ਰਟਸ ਨੂੰ ਪ੍ਰੋਡਿਊਸ ਕਰ ਰਿਹਾ ਹੈ, ਉਹ 5000 ਦੇ ਕੰਟਰੈਕਟ ਦੇ ਲਈ ਨਵੀਆਂ ਮਸ਼ੀਨਾਂ ਲਾਏਗਾ? ਨੋ, ਹੀ ਵਿਲ ਨਾਟ ਗੋ ਫॉर दैट। ਕਿਉਂ? ਕਿਉਂਕਿ 5000 ਸ਼ਾਰਟ ਟਰਮ ਦੇ ਲਈ ਉਹਦਾ ਕੰਟਰੈਕਟ ਹੋ ਰਿਹਾ ਹੈ, ਉਸਨੂੰ ਇਹ ਨਹੀਂ ਪਤਾ ਕਿ ਇਹ ਆਰਡਰ ਦੁਬਾਰਾ ਦੇਣਗੇ ਜਾਂ ਨਹੀਂ, ਅਨਸਰਟੈਨਿਟੀ ਹੈ, ਉਸਨੂੰ ਇਹ ਨਹੀਂ ਪਤਾ ਕਿ ਹੋਰ ਕੋਈ ਆਰਡਰ ਦੇਗਾ ਜਾਂ ਨਹੀਂ ਦੇਗਾ। ਇਸ ਲਈ ਉਹ ਕੀ ਕਰਨਾ ਪਸੰਦ ਕਰੇਗਾ? ਉਹ ਕਹੇਗਾ ਚਲੋ ਕੰਟਰੈਕਟ ਮੈਂ ਲੈ ਲੈਣਾ, ਪਰ ਮੈਂ ਲੇਬਰ ਲਾ ਲਾਂਗਾ, ਦੈਟ ਮੀਨਸ ਕਿ ਅੱਗੇ ਹੋਰ ਟੇਲਰਸ ਨੂੰ ਲਾ ਲਾਂਗਾ ਜਿਨ੍ਹਾਂ ਨੂੰ ਮੈਂ ਅੱਗੇ ਪੈਸੇ ਦੇ ਦਾਂਗਾ, ਤੇ ਮੈਂ ਆਪਣਾ ਇਸ ਤਰੀਕੇ ਦੇ ਨਾਲ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਕਰ ਲਾਂਗਾ। ਸੋ ਇਹ ਹੁੰਦੇ ਆ ਫਿਕਸਡ ਫੈਕਟਰਸ। ਦੂਸਰੇ ਹੁੰਦੇ ਆ ਵੇਰੀਏਬਲ ਫੈਕਟਰਸ। ਵੇਰੀਏਬਲ ਫੈਕਟਰਸ ਉਹ ਹੁੰਦੇ ਆ ਜੇ ਪ੍ਰੋਡਕਸ਼ਨ ਨਹੀਂ ਕਰਨੀ ਵੇਰੀਏਬਲ ਫੈਕਟਰ ਹਟ ਜਾਂਦਾ, ਜੇ ਪ੍ਰੋਡਕਸ਼ਨ ਕਰਨੀ ਹੈ ਵੇਰੀਏਬਲ ਫੈਕਟਰ ਇਨਕਰੀਜ਼ ਕਰ ਲਿੱਤਾ ਜਾਂਦਾ। ਇਹਨੂੰ ਐਗਜ਼ਾਮਪਲ ਦੇ ਨਾਲ ਆਪਾਂ ਗੱਲ ਕਰਦੇ ਹਾਂ, ਜਿਵੇਂ ਮੰਨ ਲਓ ਕਾਲਜਿਸ ਦੇ ਵਿੱਚ ਜਿਹੜੀ ਹੈ ਜੂਨ ਜੁਲਾਈ ਦੇ ਵਿੱਚ ਬੱਚਿਆਂ ਦੇ ਐਗਜ਼ਾਮਸ ਹੋ ਰਹੇ ਹੁੰਦੇ ਨੇ। ਜ਼ਿਆਦਾਤਰ ਕੇਸਿਸ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜਿਹੜੀ ਕੈਂਟੀਨ ਦੇ ਸਰਵੈਂਟਸ ਹੁੰਦੇ ਨੇ ਉਹਨਾਂ ਦੀ ਕੁਆਂਟੀਟੀ, ਦੈਟ ਇਜ਼ ਕਿ ਲੇਬਰ ਜਿਹੜੇ ਨੇ ਘੱਟ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਂਦਾ, ਹਟਾ ਦਿੱਤਾ ਜਾਂਦਾ ਕੁਝ ਸਮੇਂ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਾਲਜ ਦੇ ਵਿੱਚ ਸਟੂਡੈਂਟਸ ਇੰਨੇ ਨਹੀਂ ਆਉਂਦੇ। ਇਸੇ ਤਰੀਕੇ ਦੇ ਨਾਲ ਜੇ ਆਪਾਂ ਕੋਈ ਹੋਰ ਐਗਜ਼ਾਮਪਲ ਕਰੀਏ ਜਾਂ ਆਪਾਂ ਪਿਛਲੀ ਹੀ ਐਗਜ਼ਾਮਪਲ ਨੂੰ ਪਿਕ ਕਰੀਏ ਕਿ ਟੇਲਰ ਨੇ ਜਿਹੜਾ ਹੈ ਵੇਰੀਏਬਲ ਫੈਕਟਰ ਮਤਲਬ ਲੇਬਰ ਨੂੰ ਇਨਕਰੀਜ਼ ਕੀਤਾ ਸੀਗਾ ਆਪਣੀਆਂ ਸ਼ਰਟਸ ਨੂੰ ਬਣਾਉਣ ਲਈ ਰੈਦਰ ਦੈਨ ਟੂ ਗੋ ਫॉर ਮਸ਼ੀਨਸ। ਸੋ ਇਹ ਉਹ ਫੈਕਟਰਸ ਹੁੰਦੇ ਨੇ ਵੇਰੀਏਬਲ ਫੈਕਟਰ। ਜੇ ਸ਼ਾਰਟ ਰਨ 'ਚ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਤਾਂ ਸਿਰਫ ਵੇਰੀਏਬਲ ਫੈਕਟਰ ਨੂੰ ਵਧਾਉਣਾ ਹੈ। ਜੇ ਸ਼ਾਰਟ ਰਨ 'ਚ ਪ੍ਰੋਡਕਸ਼ਨ ਡਿਕਰੀਜ਼ ਕਰਨੀ ਹੈ, ਸ਼ਾਰਟ ਰਨ ਮਤਲਬ 1 ਸਾਲ ਤੋਂ ਘੱਟ ਦਾ ਸਮਾਂ, ਤਾਂ ਸਿਰਫ ਵੇਰੀਏਬਲ ਫੈਕਟਰ ਨੂੰ ਘਟਾ ਸਕਦੇ ਹਾਂ, ਕਿਉਂਕਿ ਫਿਕਸਡ ਫੈਕਟਰ ਤਾਂ ਇੱਕ ਵਾਰੀ ਜਿੰਨਾ ਲਾਤਾ ਉਹ ਲਾਤਾ। ਤੇ ਵੇਰੀਏਬਲ ਫੈਕਟਰ ਜੇ ਪ੍ਰੋਡਕਸ਼ਨ ਨਹੀਂ ਕਰਨੀ ਤਾਂ ਇਸ ਦੀ ਰਿਕੁਆਇਰਮੈਂਟ 0 ਹੋਏਗੀ। ਸੋ ਇਸ ਤਰੀਕੇ ਦੇ ਨਾਲ ਇਹ ਕੁਝ ਕੁ ਟਾਈਪਸ ਆਫ ਕਾਸਟ ਨੇ। ਅਗਲੇ ਲੈਕਚਰ ਦੇ ਵਿੱਚ ਆਪਾਂ ਥਿਊਰੀ ਆਫ ਕਾਸਟ ਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਸ਼ਾਰਟ ਰਨ ਕਾਸਟ ਕਰਵਸ ਦਾ ਫੰਕਸ਼ਨ ਹੁੰਦਾ ਤੇ ਕਿਵੇਂ ਲੌਂਗ ਰਨ ਕਾਸਟ ਕਰਵ ਦਾ ਫੰਕਸ਼ਨ ਹੁੰਦਾ। ਥੈਂਕ ਯੂ।